हाँ जी बेटा, नैक्सट थर्ड चैप्टर स्टार्ट आ। ठीक है, कार्टीजन सिस्टम ऑफ रिक्टेंगुलर कोआर्ਡੀਨੇਟਸ। ठीक है, ये थोड़ा वेस्ट आ गया। कुछ ਜਮੈਂਟਰੀ ਦੇ ਟੌਪਿਕ ਆ ਗਏ, ਜਿਵੇਂ ਰਿਕਟੈਂਗੂਲਰ ਕੋਆਰਡੀਨੇਟ। ਤਾਂ ਇਹ ਕੋਆਰਡੀਨੇਟ ਹੁੰਦੇ ਕੀ ਆ ਬੇਟਾ? ਠੀਕ ਹੈ, ਤਾਂ ਦੇਖੋ ਜਿਵੇਂ ਆਪਣੇ ਕੋਲ ਗ੍ਰਾਫ ਬਣਿਆ ਹੋਇਆ ਗਾ, ਜੋ ਪੁਆਇੰਟ ਆਪਣੇ ਐਕਸ ਐਕਸਿਸ ਦੇ ਪੈਰਲਰ ਹੁੰਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ? ਐਕਸ ਐਕਸਿਸ। ਠੀਕ ਹੈ, ਤੇ ਜਿਹੜੇ ਪੁਆਇੰਟ ਵਾਈ ਵਾਲੀ ਲਾਈਨ 'ਤੇ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਵਾਈ ਐਕਸ ਐਕਸਿਸ। ਠੀਕ ਹੈ, ਦ ਟੂ ਟੂਗੈਦਰ ਟੇਕਨ ਇਨ ਦਿਸ ਪਾਰਟੀਕੂਲਰ ਆਰਡਰ। ਕਹਿੰਦੇ ਜੇ ਇਹ ਦੋਨੇ ਪੁਆਇੰਟ ਇਕੱਠੇ ਹੋ ਜਾਂਦੇ ਨੇ, ਜਿਹੜੇ ਵੀ ਪੁਆਇੰਟ 'ਤੇ ਇਕੱਠੇ ਹੁੰਦੇ ਨੇ ਤਾਂ ਉਸ ਨੂੰ ਕੀ ਕਹਿੰਦੇ ਆ ਆਪਾਂ? ਰਿਕਟੈਂਗੂਲਰ ਐਕਸ ਐਕਸਿਸ। ਠੀਕ ਹੈ, ਉਹ ਪੁਆਇੰਟ ਕੀ ਹੁੰਦਾ ਆਪਣੇ ਕੋਲ? ਓਰੀਜਨ ਹੁੰਦਾ ਗਾ। ਠੀਕ ਹੈ, ਸਿਮੀਲਰਲੀ ਜੇ ਆਪਾਂ ਕੋਈ ਪੀ ਪੁਆਇੰਟ ਡਰਾ ਕਰਦੇ ਹਾਂ, ਪੀ ਐਮ ਆਪਾਂ ਕੀ ਆ ਉਸ 'ਤੇ ਪਰਪੈਂਡੀਕੂਲਰ ਲਾਈਨ ਲੈਤੀ ਆ। ਇਸ ਲਾਈਨ ਦਾ ਮਤਲਬ ਹੁੰਦਾ ਪਰਪੈਂਡੀਕੂਲਰ, ਅਤੇ ਪਰਪੈਂਡੀਕੂਲਰ ਹੁੰਦੀ ਆ ਜੋ 90 ਡਿਗਰੀ ਦਾ ਐਂਗਲ ਬਣਾਉਂਦੀ ਆ। ਠੀਕ ਹੈ, ਤਾਂ ਆਪਾਂ ਉਸ ਪੁਆਇੰਟ ਦੇ ਵਿੱਚ ਲੈਂਥ ਜਿਹੜੀ ਆਇਆ ਕਰੂ ਆਪਣੇ ਕੋਲੇ ਓ ਤੋਂ ਐਮ ਪੁਆਇੰਟ ਦੀ, ਉਹਨੂੰ ਕੀ ਕਹਿੰਦੇ ਆਪਾਂ? ਅਵਸੀਸਾ। ਠੀਕ ਹੈ, ਇਹਨੂੰ ਡਿਨੋਟ ਕੀਤਾ ਜਾਂਦਾ ਐਕਸ ਨਾਲ। ਐਮ ਤੋਂ ਪੀ ਲੈਂਥ ਜਿਹੜੀ ਉੱਪਰ ਨੂੰ ਦੇਖੋ ਸਿੱਧੀ ਲਾਈਨ ਆ, ਉਹਨੂੰ ਕਹਿੰਦੇ ਆਪਾਂ ਆਰਡੀਨੇਟ, ਅਤੇ ਇਸ ਨੂੰ ਡਿਨੋਟ ਕਰਦੇ ਹਾਂ ਆਪਾਂ ਵਾਈ ਦੇ ਨਾਲ। ਕਲੀਅਰ? ਦ ਟੂ ਟੂਗੈਦਰ ਟੇਕਨ ਇਨ ਦਿਸ ਪਰਟੀਕੂਲਰ ਆਰਡਰ ਆਰ ਕਾਲਡ ਦਾ ਰਿਕਟੈਂਗੂਲਰ ਕੋਆਰਡੀਨੇਟ ਆਫ ਪੀ। ਤਾਂ ਕਹਿੰਦੇ ਜਦੋਂ ਇਹ ਆਪਣੇ ਕੋਲੇ ਪੀ ਪੁਆਇੰਟ ਦੇ ਉੱਪਰ ਦੋ ਪੁਆਇੰਟ ਐਕਸ ਅਤੇ ਵਾਈ ਐਗਜ਼ਿਸਟ ਕਰ ਜਾਂਦੇ ਆ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਰਿਕਟੈਂਗੂਲਰ ਕੋਆਰਡੀਨੇਟ ਆਫ ਪੀ ਦੇ, ਅਤੇ ਇਹਨਾਂ ਪੁਆਇੰਟਸ ਨੂੰ ਕਿਸ ਨਾਲ ਡਿਨੋਟ ਕੀਤਾ ਜਾਂਦਾ ਗਾ? ਐਕਸ ਅਤੇ ਵਾਈ ਨਾਲ। ਠੀਕ ਹੈ, ਅੱਗੇ ਨੋਟ ਪੜ੍ਹੋ। ਓਰੀਜਨ ਦੇ ਉੱਪਰ ਜਿਹੜੇ ਵੀ ਤੁਹਾਡੇ ਕੋਆਰਡੀਨੇਟ ਹੁੰਦੇ ਨੇ ਓਰੀਜਨ ਪੁਆਇੰਟ ਦੇ ਉੱਪਰ, ਤਾਂ ਉਹ ਕੀ ਹੁੰਦੇ ਨੇ? 0 0। ਅੱਗੇ ਬੇਟਾ ਤੁਸੀਂ ਆਹ ਡਾਇਗਰਾਮ ਯਾਦ ਰੱਖਣਾ ਗਾ। ਫਸਟ ਕੋਆਰਡੀਨੇਟ ਦੇ ਵਿੱਚ ਐਕਸ ਅਤੇ ਵਾਈ ਦੋਨੋਂ ਪੋਜ਼ੀਟਿਵ ਹੁੰਦੇ ਨੇ। ਠੀਕ ਹੈ, ਸੈਕਿੰਡ ਦੇ ਵਿੱਚ ਜਿਹੜਾ ਐਕਸ ਆ ਉਹ ਨੈਗੇਟਿਵ ਹੁੰਦਾ, ਵਾਈ ਪੋਜ਼ੀਟਿਵ। ਥਰਡ ਦੇ ਵਿੱਚ ਦੋਨੋਂ ਹੀ ਨੈਗੇਟਿਵ ਹੁੰਦੇ ਨੇ। ਠੀਕ ਹੈ, ਫੋਰਥ ਦੇ ਵਿੱਚ ਐਕਸ ਪੋਜ਼ੀਟਿਵ ਵਾਈ ਨੈਗੇਟਿਵ, ਕਿਉਂਕਿ ਪਹਿਲਾ ਪੁਆਇੰਟ ਐਕਸ ਦਾ ਹੁੰਦਾ ਗਾ ਅਤੇ ਦੂਸਰਾ ਵਾਈ ਦਾ। ਕਲੀਅਰ? ਨੈਕਸਟ ਜੋ ਤੁਸੀਂ ਯਾਦ ਰੱਖਣਾ ਗਾ ਡਿਸਟੈਂਸ ਫਾਰਮੂਲਾ। ਠੀਕ ਹੈ, ਤਾਂ ਤੁਸੀਂ ਡਿਸਟੈਂਸ ਫਾਰਮੂਲਾ ਲਗਾਉਣਾ ਕਿਵੇਂ ਹੁੰਦਾ ਗਾ? x2 ਦੇ ਵਿੱਚੋਂ ਤੁਸੀਂ x1 ਮਾਈਨਸ ਕਰਨਾ ਹੁੰਦਾ ਸਕੁਏਅਰ, y2 ਚੋਂ ਮਾਈਨਸ ਕਰੋਗੇ y1 ਦਾ ਸਕੁਏਅਰ। ਠੀਕ ਹੈ, ਉੱਪਰ ਸਾਰੇ ਦਾ ਰੂਟ ਕਰਨਾ ਗਾ, ਤਾਂ ਤੁਹਾਡੇ ਕੋਲੇ ਕੀ ਆ? ਡਿਸਟੈਂਸ ਫਾਰਮੂਲਾ ਆ ਜਾਏਗਾ। ਇਹ ਤੁਸੀਂ ਯਾਦ ਰੱਖਣਾ ਗਾ ਬੇਟਾ। ਜਿਵੇਂ ਫਸਟ ਦੇ ਵਿੱਚ ਦੇਖੋ ਦੋ ਪੁਆਇੰਟ ਦਿੱਤੇ ਹੋਏ ਆ, ਇੱਕ ਨੂੰ ਕੀ ਲੈ ਲਿਆ ਆਪਾਂ? ਡੀ ਡਿਸਟੈਂਸ। ਆਪਣੇ ਕੋਲ ਇੱਕ ਫਸਟ ਪੁਆਇੰਟ ਨੂੰ ਆਪਾਂ x1 y1, ਦੂਸਰੇ ਨੂੰ x2 y2। ਤਾਂ ਆਪਣਾ ਫਾਰਮੂਲਾ ਕੀ ਕਹਿੰਦਾ ਗਾ? 2 ਵਾਲੇ ਪੁਆਇੰਟ ਦੇ ਵਿੱਚੋਂ 1 ਵਾਲਾ ਪੁਆਇੰਟ ਮਾਈਨਸ ਕਰਨਾ ਗਾ, ਉਸ ਦਾ ਸਕੁਏਅਰ। ਸਿਮੀਲਰਲੀ 2 ਚੋਂ 5 ਮਾਈਨਸ ਕਰੋਗੇ, ਉਸ ਦਾ ਸਕੁਏਅਰ ਰੂਟ ਕਰੋਗੇ, ਆਂਸਰ ਆ ਜਾਏਗਾ ਆਪਣੇ ਕੋਲ। ਠੀਕ ਹੈ, ਨੈਕਸਟ ਦੇ ਵਿੱਚ ਕੀ ਆ? ਪ੍ਰੂਫ ਕਰਨੇ ਆ ਪੁਆਇੰਟ ਦਿਸ ਐਂਡ ਦਿਸ ਆਰ ਦਾ ਵਰਟਸ ਆਫ ਦਾ ਰਾਈਟ ਐਂਗਲ ਟਰੈਂਗਲ। ਸਭ ਤੋਂ ਪਹਿਲਾਂ ਤਾਂ ਰਾਈਟ ਐਂਗਲ ਟਰੈਂਗਲ ਹੁੰਦੀ ਕੀ ਆ? ਠੀਕ ਹੈ, ਆਹ ਤਿੰਨੋਂ ਪੁਆਇੰਟਸ ਨੂੰ ਤੁਸੀਂ ਕੀ ਸ਼ੋਅ ਕਰਨਾ ਗਾ? ਵੀ ਇਹ ਵਰਟਸ ਨੇ ਰਾਈਟ ਐਂਗਲ ਟਰੈਂਗਲ ਦੇ। ਵਰਟਸ ਮੀਨਸ ਪੁਆਇੰਟ ਨੇ ਉਹਦੇ ਉੱਪਰ ਲਾਈਕ ਕਰਦੇ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਰਾਈਟ ਐਂਗਲ ਟਰੈਂਗਲ ਬਣਾਉਂਗੇ, ਜਿਸ ਵਿੱਚ ਇੱਕ ਜਿਹੜਾ ਤੁਹਾਡਾ ਐਂਗਲ ਆ ਉਹ 90 ਡਿਗਰੀ ਦਾ ਹੁੰਦਾ ਰਾਈਟ ਐਂਗਲ ਟਰੈਂਗਲ ਦੇ ਵਿੱਚ। ਠੀਕ ਹੈ, ਤਾਂ ਇਸ ਦੇ ਵਿੱਚ ਬੇਟਾ ਤੁਸੀਂ ਕੀ ਪ੍ਰੂਫ ਕਰਨਾ ਹੁੰਦਾ? ਜਦੋਂ ਤੁਸੀਂ ਕੋਈ ਦੋ ਸਾਈਡਾਂ ਨੂੰ ਪਲੱਸ ਕਰਦੇ ਹੋ ਤਾਂ ਉਸ ਦਾ ਜਿਹੜਾ ਸਮ ਆ ਉਹ ਥਰਡ ਸਾਈਡ ਦੇ ਇਕੁਅਲ ਆਉਣਾ ਚਾਹੀਦਾ, ਜ਼ਰੂਰੀ ਹੁੰਦਾ ਗਾ। ਤਾਂ ਹੀ ਆਪਾਂ ਟਰਾਈਐਂਗਲ ਨੂੰ ਰਾਈਟ ਐਂਗਲ ਟਰੈਂਗਲ ਕਹਿ ਸਕਦੇ ਹਾਂ। ਮੈਂ ਇੱਥੇ ਲਿਖਿਆ ਹੋਇਆ ਗਾ 2 ਸਾਈਡ ਦਾ ਪਲੱਸ ਆ ਜਿਹੜਾ ਉਹ ਥਰਡ ਸਾਈਡ ਦੇ ਇਕੁਅਲ ਆਉਣਾ ਚਾਹੀਦਾ। ਤਾਂ ਸਭ ਤੋਂ ਪਹਿਲਾਂ 2 ਸਾਈਡ ਕੱਢੋਗੇ, 3 ਪੁਆਇੰਟ ਦਿੱਤੇ ਹੋਏ ਨੇ, ਏ ਬੀ ਕੱਢਿਆ, ਬੀ ਸੀ ਕੀਤਾ, ਉਸ ਦਾ ਸਕੁਏਅਰ, ਸੀ ਏ ਦਾ ਸਕੁਏਅਰ ਕੀਤਾ। ਹੁਣ ਇਹਦੇ ਵਿੱਚੋਂ ਕੋਈ ਵੀ ਤੁਸੀਂ ਦੋ ਸਾਈਡਾਂ ਚੱਕ ਸਕਦੇ ਹੋ, ਜਿਨ੍ਹਾਂ ਦਾ ਸਮ ਤੁਹਾਡੀ ਥਰਡ ਵਾਲੀ ਸਾਈਡ ਦੇ ਇਕੁਅਲ ਆਉਣਾ ਚਾਹੀਦਾ। ਤਾਂ ਉਹ ਆਪਾਂ ਇਹ ਚੱਕ ਲਈਆਂ, ਦੋਨਾਂ ਨੂੰ ਸਮ ਕਰੋਗੇ ਥਰਡ ਵਾਲੀ ਦੇ ਇਕੁਅਲ ਆ ਜਾਏਗਾ। ਠੀਕ ਹੈ, ਤਾਂ ਇਹੀ ਆਪਾਂ ਸ਼ੋਅ ਕਰਨਾ ਸੀ। ਨਹੀਂ ਸੌਰੀ, 2 ਐਂਡ 15 ਚੱਕਾਂਗੇ, ਇਹਨਾਂ ਦੋਨਾਂ ਦਾ ਸਮ ਕਰਾਂਗੇ ਤਾਂ 52 ਆਊਗਾ ਆਪਣੇ ਕੋਲ। ਠੀਕ ਹੈ, ਕਿਸ ਦੇ ਇਕੁਅਲ ਆ ਰਿਹਾ ਗਾ? ਬੀ ਸੀ ਦੇ ਸਕੁਏਅਰ ਦੇ, ਫਸਟ 'ਤੇ ਜਦੋਂ ਆਪਾਂ ਥਰਡ ਸਾਈਡ ਨੂੰ ਚੱਕਿਆ। ਤਾਂ ਇਹ ਬੇਟਾ ਇਹਦਾ ਇੱਕ ਤਰ੍ਹਾਂ ਦਾ ਫਾਰਮੂਲਾ ਹੁੰਦਾ ਗਾ। ਰਾਈਟ ਐਂਗਲ ਟਰੈਂਗਲ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਵੀ ਉਹਦੇ ਵਿੱਚ ਕੀ ਆ? ਇੱਕ ਐਂਗਲ 90 ਦਾ ਬਣਦਾ ਗਾ। ਜਦੋਂ ਦੋ ਸਾਈਡਾਂ ਦਾ ਸਮ ਤੀਸਰੀ ਦੇ ਇਕੁਅਲ ਆ ਜੇ ਦੈਨ ਆਪਾਂ ਉਹਨੂੰ ਕੀ ਕਹਿੰਦੇ ਆ? ਵੀ ਉਹ ਪੁਆਇੰਟ ਉਹਦੇ ਕੀ ਨੇ? ਵਰਟਸ ਨੇ। ਇਹ ਤੁਹਾਡਾ 10th 'ਚ ਹੁੰਦਾ ਸੀ ਟੌਪਿਕ। ਠੀਕ ਹੈ, ਤਾਂ ਇਹ ਤੁਹਾਨੂੰ ਬੇਟਾ ਇਸੇ ਤਰ੍ਹਾਂ ਹੀ ਕਰਨਾ ਪੈਣਾ ਗਾ।
ਤਾਂ ਦੇਖੋ ਆਪਣੇ ਕੋਲੇ ਰਾਈਟ ਐਂਗਲ ਟ੍ਰਾਇੰਗਲ ਸ਼ੋ ਹੋ ਗਈ। ਨੈਕਸਟ ਦੇ ਵਿੱਚ ਤੁਸੀਂ ਡਿਸਟੈਂਸ ਫਾਰਮੂਲਾ ਲਗਾ ਕੇ ਕੋਲੀਨੀਅਰ ਪ੍ਰੂਫ ਕਰਨਾ ਗਾ। ਠੀਕ ਆ, ਕੋਲੀਨੀਅਰ ਦੇ ਵਿੱਚ ਵੀ ਮਤਲਬ ਉਹੀ ਹੁੰਦਾ ਬੇਟਾ ਵੀ ਤੁਹਾਡੇ ਇੱਕ ਲਾਈਨ ਦੇ ਵਿੱਚ ਹੋਣਗੇ ਤਿੰਨੋਂ ਪੁਆਇੰਟ। ਤਾਂ ਇਹਦੇ ਲਈ ਕਿਵੇਂ ਕਰੋਗੇ, ਉਸੇ ਤਰ੍ਹਾਂ ਸਭ ਤੋਂ ਪਹਿਲਾਂ AB ਲਾਈਨ 'ਤੇ ਲਗਾਓਗੇ ਡਿਸਟੈਂਸ ਫਾਰਮੂਲਾ। ਠੀਕ ਆ, ਫਿਰ BC ਲਾਈਨ 'ਤੇ ਲਗਾਓਗੇ, ਫਿਰ CA 'ਤੇ ਲਗਾਓਗੇ। ਉਸੇ ਤਰ੍ਹਾਂ ਦੋਨਾਂ ਨੂੰ ਜਦੋਂ ਪਲੱਸ ਕਰੋਗੇ ਤੀਜੀ ਸਾਈਡ ਦੇ ਇਕੁਅਲ ਆ ਜਾਏਗਾ ਸਮ, ਤਾਂ ਪੁਆਇੰਟ ਆਪਣੇ ਕੀ ਹੋ ਗਏ, ਕੋਲੀਨੀਅਰ ਹੋ ਗਏ। ਠੀਕ ਹੈ, ਨੈਕਸਟ ਦੇ ਵਿੱਚ ਕੀ ਹੈ, ਤੁਸੀਂ ਆ ਪੁਆਇੰਟ ਇਟ ਇਕੁਅਸਾਈਡੈਂਸ ਫਰੋਮ ਦਿਸ ਐਂਡ ਦਿਸ, ਫਾਈਂਡ ਦਾ ਪੁਆਇੰਟ ਇਫ ਗਿਵਨ ਦੈਟ ਇਜ਼ ਅਬਸੀਸਾ ਐਂਡ ਆਰਡੀਨੇਟ ਆਰ ਇਕੁਅਲ। ਅਬਸੀਸਾ ਤੇ ਜਿਹੜੇ ਆਰਡੀਨੇਟ ਨੇ ਤੁਹਾਡੇ ਇਕੁਅਲ ਨੇ। ਤਾਂ ਪੁਆਇੰਟ ਗਿਵਨ ਆਪਾਂ ਨੂੰ, ਅਬਸੀਸਾ ਕੀ ਹੁੰਦਾ ਸੀ ਆਪਣੇ ਕੋਲੇ, ਆਪਾਂ ਪਿੱਛੇ ਕਰਕੇ ਆਏ ਸੀਗੇ, ਪੁਆਇੰਟ ਦੇ ਆਰਡੀਨੇਟ ਹੁੰਦੇ ਸੀਗੇ PXX ਵਾਲੇ ਪੁਆਇੰਟ, ਦੋਨੋਂ ਇਕੁਅਲ ਹੋਣ ਕਰਕੇ ਅਬਸੀਸਾ ਤੇ ਆਰਡੀਨੇਟ ਇਕੁਅਲ ਹੋਣ ਕਰਕੇ ਆਪਾਂ ਕੀ ਆ, ਦੋਨੇ ਪੁਆਇੰਟ ਸੇਮ ਲਵਾਂਗੇ XX। XY ਨਹੀਂ ਲਵਾਂਗੇ ਕਿਉਂਕਿ ਆਪਣਾ ਆਰਡੀਨੇਟ ਤੇ ਅਬਸੀਸਾ ਸੇਮ ਆ, ਤਾਂ ਕਰਕੇ ਆਪਾਂ ਪੁਆਇੰਟ ਕੀ ਚੱਕਾਂਗੇ ਫਿਰ, XX। ਠੀਕ ਹੈ, ਦੋਨੇ ਇਕੁਅਲ ਨੇ ਮਤਲਬ ਆਪਣਾ PA ਤੇ PB ਦੋਨੇ ਇਕੁਅਲ ਆ। ਜੇ ਪੁਆਇੰਟ ਇਕੁਅਲ ਆ ਤਾਂ ਸਕੁਏਅਰ ਕਰੋਗੇ ਉਹ ਵੀ ਇਕੁਅਲ ਹੀ ਆਊਗੀ। ਤਾਂ ਸਕੁਏਅਰ ਕਰਨ ਤੋਂ ਬਾਅਦ ਉਸੇ ਤਰ੍ਹਾਂ ਬੇਟਾ ਤੁਸੀਂ ਡਿਸਟੈਂਸ ਫਾਰਮੂਲਾ ਲਗਾਓਗੇ। ਪਹਿਲਾਂ XX ਵਾਲੇ ਦੇ ਵਿੱਚੋਂ ਫਸਟ ਪੁਆਇੰਟ ਮਾਈਨਸ ਕਰੋਗੇ, ਫਿਰ XX ਦੇ ਵਿੱਚੋਂ ਸੈਕਿੰਡ ਵਾਲੇ ਪੁਆਇੰਟ ਮਾਈਨਸ ਕਰੋਗੇ, ਇਕੁਅਲ ਲਿਖ ਲਓਗੇ। ਠੀਕ ਹੈ, ਸੋਲਵ ਕਰੋਗੇ ਤਾਂ ਲਾਸਟ 'ਤੇ ਤੁਹਾਡੇ ਕੋਲੇ ਸੇਮ ਵੈਲਿਊ ਨਿਕਲ ਆਊਗੀ -2। ਤਾਂ ਇਹੀ ਆਪਾਂ ਫਾਈਂਡ ਆਊਟ ਕਰਨੀ ਸੀ। ਠੀਕ ਹੈ, ਨੈਕਸਟ ਦੇ ਵਿੱਚ ਤੁਹਾਨੂੰ ਪੁਆਇੰਟ ਦਿੱਤੇ ਹੋਏ ਨੇ, ਤੁਸੀਂ ਸ਼ੋਅ ਕਰਨਾ ਗਾ ਵੀ ਇਹ ਵਰਟਸ ਨੇ ਰਿਕਟੈਂਗਲ ਦੀ। ਤਾਂ ਇਹਦੇ ਲਈ ਕੀ ਹੁੰਦਾ ਬੇਟਾ, ਰਿਕਟੈਂਗਲ ਦੇ ਲਈ ਜਿਹੜੀਆਂ ਤੁਹਾਡੀਆਂ ਸਾਈਡ ਆ ਓਪੋਜ਼ਿਟ ਆ ਉਹ ਇਕੁਅਲ ਹੋਣੀਆਂ ਜ਼ਰੂਰੀ ਆ। ਠੀਕ ਆ, ਅਤੇ ਡਰੈਗਨਲ ਵੀ ਇਕੁਅਲ ਹੋਣੇ ਜ਼ਰੂਰੀ ਆ। ਡਰੈਗਨਲ ਜਿਹੜੀਆਂ ਬੇਟਾ ਇਹਦੇ ਵਿੱਚ ਵਾਲੀਆਂ ਲਾਈਨਾਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਡਰੈਗਨਲ ਕਹਿੰਦੇ ਆ, ਬਾਕੀਆਂ ਨੂੰ ਆਪਾਂ ਸਾਈਡ ਕਿਹਾ ਜਾਂਦਾ। ਠੀਕ ਹੈ, ਤਾਂ ਇਹ ਇਕੁਅਲ ਹੋਣੀਆਂ ਜ਼ਰੂਰੀ ਨੇ। ਇਸ ਤਰ੍ਹਾਂ ਨਾਲ ਬਣੂਗੀ ਆਪਣੀ ਰਿਕਟੈਂਗਲ। ਆ ਇਹਦੇ ਡਰੈਗਨਲ ਆ ਗਏ ਟੇਢੀਆਂ ਲਾਈਨਾਂ। ਤਾਂ ਸਭ ਤੋਂ ਪਹਿਲਾਂ ਉਸੇ ਤਰ੍ਹਾਂ ABCD ਪੁਆਇੰਟ ਦਿੱਤੇ ਹੋਏ ਨੇ, AB ਤੇ ਡਿਸਟੈਂਸ ਫਾਰਮੂਲਾ ਲਗਾਇਆ BCCDDA। 4 ਵਾਰ ਡਿਸਟੈਂਸ ਫਾਰਮੂਲਾ ਲੱਗ ਗਿਆ। ਤਾਂ ਇਹਦੇ ਵਿੱਚ ਦੇਖੋ ਦੋ ਸਾਈਡਾਂ ਕਿਹੜੀਆਂ ਕਿਹੜੀਆਂ ਇਕੁਅਲ ਆ ਰਹੀਆਂ ਨੇ, ਇਹ ਵਾਲੀ ਇਕੁਅਲ ਆ ਰਹੀ ਹੈ, ਇੱਧਰੋਂ ਇਹ ਵਾਲੀ ਇਕੁਅਲ ਆ ਰਹੀ ਹੈ। ਠੀਕ ਹੈ, ਇਹ ਤਾਂ ਆਪਣਾ ਫਸਟ ਕੇਸ ਸ਼ੋ ਹੋ ਗਿਆ। ਸੈਕਿੰਡ ਆਪਾਂ ਕੀ ਆ, ਡਰੈਗਨਲ ਸਾਈਡ ਲੈਣੀਆਂ ਸੀ, ਤਾਂ ਕਰਕੇ ਡਰੈਗਨਲ ਸਾਈਡ ਮੀਨਸ ਟੇਢੀਆਂ ਲਾਈਨਾਂ। ਜੇ ਤੁਸੀਂ ਇੱਥੇ ABCD ਲੈ ਰਹੇ ਹੋ ਤਾਂ ਤੁਸੀਂ A ਤੇ D ਕੱਢੋਗੇ, C ਤੇ B ਕੱਢੋਗੇ ਅਕੋਰਡਿੰਗ ਟੂ ਕੰਡੀਸ਼ਨ। ਇੱਥੇ ਇਹਨਾਂ ਦੇ ਅਕੋਰਡਿੰਗ ਕੀ ਆਉਣਗੇ, ਇਹਨਾਂ ਦੇ ਡਰੈਗਨਲ A ਤੇ C, B ਤੇ D। ਠੀਕ ਹੈ, ਤਾਂ ਇਹਨਾਂ ਦੋਨਾਂ 'ਤੇ ਫਿਰ ਤੋਂ ਡਿਸਟੈਂਸ ਫਾਰਮੂਲਾ ਲਗਾਓਗੇ, ਡਰੈਗਨਲ ਵੀ ਇਕੁਅਲ ਆ ਗਏ। ਜਦੋਂ ਇਹ ਕੰਡੀਸ਼ਨਸ ਬੇਟਾ ਸੈਟੀਸਫਾਈ ਹੋ ਜਾਣ ਤਾਂ ਆਪਣੀ ਕੀ ਹੁੰਦਾ ਗਾ ਫੰਕਸ਼ਨ, ਕੀ ਹੋ ਜਾਏਗਾ, ਰਿਕਟੈਂਗਲ। ਠੀਕ ਹੈ, ਸਿਮਿਲਰਲੀ ਇਹਦੀ ਬੇਟਾ ਨੈਕਸਟ ਵਾਲੀ ਐਗਜ਼ਾਮਪਲ ਹੈ, ਤੁਸੀਂ ਖੁਦ ਕਰਕੇ ਦੇਖਣੀ ਆ। ਸਕੁਏਅਰ ਵੀ ਉਸੇ ਤਰ੍ਹਾਂ ਪ੍ਰੂਫ ਕਰੋਗੇ। ਸਕੁਏਅਰ ਦਾ ਡਾਇਗਰਾਮ ਕਿਹੜਾ ਹੁੰਦਾ ਆਪਣੇ ਕੋਲ, ਜਿਹਦੀਆਂ ਚਾਰੇ ਸਾਈਡਾਂ ਇਕੁਅਲ ਹੋਣ ਅਤੇ ਉਹਦੇ ਡਰੈਗਨਲ ਵੀ ਇਕੁਅਲ ਹੋਣ। ਠੀਕ ਹੈ, ਤਾਂ ਇਹਦੇ ਲਈ ਤੁਸੀਂ ਚਾਰੇ ਸਾਈਡਾਂ ਇਕੁਅਲ ਸ਼ੋਅ ਕਰ ਦੋਗੇ, ਡਰੈਗਨਲ ਵੀ ਇਕੁਅਲ ਆ ਜਾਣਗੇ, ਦੈਨ ਆਪਣੇ ਕੋਲੇ ਕੀ ਹੋ ਜਾਏਗੀ, ਰਿਕਟੈਂਗਲ। ਨੈਕਸਟ ਦੇ ਵਿੱਚ 2 ਵਰਟਸ ਆਫ ਐਨ ਇਕੁਅਲੇਟਡ ਟ੍ਰਾਇੰਗਲ ਦਿੱਤੀ ਹੋਈ ਆ, ਉਹਦੇ 2 ਵਰਟਸ ਦਿੱਤੇ ਹੋਏ ਨੇ। ਆਪਾਂ ਕੀ ਆ, ਥਰਡ ਵਰਟਸ ਫਾਈਂਡ ਆਊਟ ਕਰਨਾ। ਠੀਕ ਹੈ, ਤਾਂ 2 ਆਪਾਂ ਨੂੰ ਵਰਟਸ ਦਿੱਤੇ ਸੀਗੇ, ਥਰਡ ਵਰਟਸ ਨੂੰ ਆਪਾਂ ਕੀ ਮੰਨ ਕੇ ਚੱਲੇ ਆ, PXY। ਟ੍ਰਾਇੰਗਲ ਕੀ ਲੈਤੀ ਆਪਾਂ, PAB ਇਕੁਅਲੇਟਰ। ਇਕੁਅਲੇਟਰ ਆ, ਇਕੁਅਲੇਟਰ ਦਾ ਮਤਲਬ ਇਕੁਅਲ ਸਾਈਡ ਵਾਲੀ ਆ। ਇਕੁਅਲ ਸਾਈਡ ਵਾਲੀ ਮੀਨਸ ਇਹਦੀਆਂ ਤਿੰਨੋਂ ਸਾਈਡਾਂ ਆਪਸ 'ਚ ਇਕੁਅਲ ਨੇ। ਜੇ ਸਾਈਡਾਂ ਇਕੁਅਲ ਨੇ ਉਹਨਾਂ ਦਾ ਸਕੁਏਅਰ ਕਰੋਗੇ ਉਹ ਵੀ ਇਕੁਅਲ ਹੋਵੇਗਾ। ਠੀਕ ਹੈ, ਉਦੋਂ ਬਾਅਦ ਸੇਮ ਜਿਵੇਂ ਆਪਾਂ ਪਿਛਲੇ ਸਮ 'ਚ ਡਿਸਟੈਂਸ ਫਾਰਮੂਲਾ ਲਗਾਇਆ ਸੀਗਾ, ਸੌਰੀ ਡਿਸਟੈਂਸ ਵਾਲਾ ਨਹੀਂ, ਵਰਟਸ ਵਾਲੇ ਸਮ ਦੇ ਵਿੱਚ ਫਾਰਮੂਲਾ ਲਗਾਇਆ ਸੀਗਾ। ਪਹਿਲਾਂ XY ਦੇ ਵਿੱਚੋਂ ਫਸਟ ਵਾਲੇ ਪੁਆਇੰਟ ਮਾਈਨਸ ਕੀਤੇ, ਫਿਰ XY ਦੇ ਵਿੱਚੋਂ ਸੈਕਿੰਡ ਵਾਲੇ ਪੁਆਇੰਟ ਮਾਈਨਸ ਕੀਤੇ। ਠੀਕ ਹੈ, ਇਹਨਾਂ ਨੂੰ ਸੋਲਵ ਕੀਤਾ, X ਸਕੁਏਅਰ ਆ ਗਿਆ, ਇਸ ਨੂੰ ਸੋਲਵ ਕਰੋਗੇ Y ਸਕੁਏਅਰ ਆਊਗਾ। ਆਹ ਲਾਈਨ ਕੱਟ ਜੋ, ਇਹ ਗਲਤ ਲਿਖੀ ਹੋਈ ਆ। ਉਦੋਂ ਬਾਅਦ X ਸਕੁਏਅਰ ਕਰੋਗੇ, ਫਿਰ ਤੁਹਾਡੇ ਕੋਲੇ ਕੀ ਬਣ ਰਿਹਾ ਗਾ, A - B ਦੇ ਹੋਲ ਸਕੁਏਅਰ ਦਾ ਫਾਰਮੂਲਾ ਬਣ ਰਿਹਾ ਗਾ। ਇਹਨੂੰ ਤੁਸੀਂ ਓਪਨ ਕਰ ਦੋਗੇ। ਠੀਕ ਹੈ, ਓਪਨ ਕਰਨ ਤੋਂ ਬਾਅਦ ਆਪਣੇ ਕੋਲੇ ਕੀ ਆ ਗਿਆ, ਕੰਡੀਸ਼ਨ। ਇਹ ਵਾਲੀ ਕੰਡੀਸ਼ਨ ਨਿਕਲੀ ਤਾਂ ਫਸਟ ਕੀ ਕਰੋਗੇ ਤੁਸੀਂ, ਫਸਟ ਸਾਈਡ ਨੂੰ ਇਸਦੀ ਇਕੁਅਲ ਲਿਖੋਗੇ, ਫਿਰ ਦੂਸਰੇ ਵਾਲੀ ਸਾਈਡ ਨੂੰ ਇਕੁਅਲ ਲਿਖੋਗੇ। ਠੀਕ ਹੈ, ਸੌਰੀ ਬੇਟਾ ਇੱਥੇ ਆ ਆਊਗਾ, ਹਾਂ
ਕਿਉਂਕਿ ਇੱਥੇ ਆਪਣੇ ਕੋਲੇ ਜਿਹੜੇ ਸੀਗੇ 0 0 ਵਾਲੇ ਪੁਆਇੰਟ ਇਹ ਵੀ ਮਾਈਨਸ ਹੋਣਗੇ। ਤਾਂ ਪਹਿਲਾਂ ਕੀ ਸੀਗਾ, ਪੀ ਐਕਸ ਦੇ ਵਿੱਚੋਂ ਆਪਾਂ ਇਹ ਪੁਆਇੰਟ ਮਾਈਨਸ ਕੀਤਾ, ਫਿਰ ਪੀ ਐਕਸ ਦੇ ਵਿੱਚੋਂ ਇਹ ਵਾਲੇ ਪੁਆਇੰਟ ਮਾਈਨਸ ਕੀਤੇ, ਫਿਰ ਆਪਾਂ ਵਰਟਸ ਵੀ ਤਾਂ ਕੱਢਣਾ, ਤਾਂ ਕਰਕੇ ਇਹ ਪੁਆਇੰਟ ਵੀ ਆਪਸ 'ਚ ਮਾਈਨਸ ਹੋਣਗੇ। ਠੀਕ ਹੈ, ਇਹ ਮੈਂ ਦੱਸਣੋਂ ਭੁੱਲ ਗਈ ਸੀ, ਇਹ ਲਾਈਨ ਆਊਗੀ ਆਪਣੀ। ਤਾਂ ਇਹਨਾਂ ਨੂੰ ਸੋਲਵ ਕਰੋਗੇ 0 ਆ ਜਾਊਗਾ, ਇਸ ਨੂੰ ਸੋਲਵ ਕਰੋਗੇ 2 ਦਾ ਸਕੁਅਰ 4 ਰੂਟ 3 ਨਾਲ ਸਕੁਅਰ ਕੈਂਸਲ 3, ਦੋਨਾਂ ਦੀ ਆਪਸ 'ਚ ਮਲਟੀਪਲਾਈ ਕਰੋਗੇ 12 ਆ ਜਾਏਗਾ। ਠੀਕ ਹੈ, ਆਪਣੇ ਕੋਲ ਤਾਂ 3 ਕੰਡੀਸ਼ਨ ਨਿਕਲਿਆਂਗਾ ਆਪਣੇ ਕੋਲ। ਫਸਟ ਵਾਲੀ ਨੂੰ ਥਰਡ ਦੇ ਇਕੁਅਲ ਰੱਖਿਓ, ਸੈਕਿੰਡ ਵਾਲੀ ਨੂੰ ਥਰਡ ਦੇ ਇਕੁਅਲ ਲਿਖਣਾਗਾ ਆਪਾਂ। ਜਦੋਂ ਸੋਲਵ ਕਰਾਂਗੇ ਤਾਂ ਆਪਣੇ ਕੋਲੇ ਐਕਸ ਅਤੇ ਵਾਈ ਦੀਆਂ ਵੈਲਿਊਸ ਨਿਕਲ ਆਉਣਗੀਆਂ ਅਤੇ ਇਹੀ ਵੈਲਿਊਸ ਆਪਾਂ ਫਾਈਂਡ ਆਊਟ ਕਰਨੀਆਂ ਸੀ ਥਰਡ ਵਰਟਸ ਦੀਆਂ। ਠੀਕ ਹੈ, ਤਾਂ ਇਹ ਐਕਸਰਸਾਈਜ਼ ਬੇਟਾ ਕਰਕੇ ਦੇਖ ਲਿਓ, ਜੇ ਕੋਈ ਵੀ ਡਾਊਟ ਹੋਇਆ ਤਾਂ ਪੁੱਛ ਲਿਓ। ਠੀਕ ਹੈ।